ਕ੍ਰਿਸ਼ਨਾ ਤੋਂ ਪ੍ਰੀਤ ਵਰਮਾ ਇੱਕ ਕੁੜੀ ਦਾ ਰੂਪ ਧਾਰਨ ਕਰਦੀ ਹੈ ਜੀ। ਉਸ ਦਿਨ ਕੀ ਮਹਿਸੂਸ ਹੋਇਆ ਸੀ? मैंने तो अपने शरीर नाल भी मैंने नफरत है इस टाइम। मैं अपनी बॉडी तो भी नफरत करदी हाँ। रब नूं ये कहंदी कि क्या गुनाह सी क्या सी। ਸੈਕਸ ਵਰਕਰ ਤੌਰ ਤੇ ਕੰਮ ਕਰਦੇ ਨੇ? जी जी सर, बहुत सारे ट्रांसजेंडर ने, ये तो है नहीं कि ट्रांसजेंडर कले सैक्स वर्कर आ, नॉर्मल फीमेल भी बहुत सैक्स वर्कर ने। जी ਕਦੇ जी ਮਹਿਸੂਸ ਹੁੰਦਾ ਵੀ ਮੈਂ ਲਿੰਗ ਚੇਂਜ ਕਰਾਵਾਂ ਜਾਂ ਸੈਕਸ ਚੇਂਜ ਕਰਾਂ? जी सर, हुंदा वा। ਤੁਹਾਡੀ ਜਿਹੜੀ ਦਿੱਖ ਹੈ, ਇੱਕ ਲੜਕੀ ਹੈ ਜੀ ਇਹ। जी ਦੂਰੋਂ ਦੇਖ ਕੇ ਇਹ ਮਹਿਸੂਸ ਹੁੰਦਾ ਕਿ ਤੁਸੀਂ ਇੱਕ ਲੜਕੀ ਹੋ। जी। ਕਦੇ ਇਸ ਤਰ੍ਹਾਂ ਦਾ ਆਇਆ ਕਿਸੇ ਮੁੰਡੇ ਨੇ ਕਿਹਾ ਹੋਵੇ ਤੁਹਾਨੂੰ ਵੀ ਮੈਂ ਤੈਨੂੰ ਪਿਆਰ ਕਰਦਾ? ਫਿਰ ਪਿਆਰ ਦੀ ਤਾਂ ਗੱਲ ਬਹੁਤ ਦੂਰ ਆ। ਮੇਰਾ 4 ਸਾਲ ਕਿਸੇ ਮੁੰਡੇ ਨਾਲ ਮੇਰਾ ਦੋਸਤੀ ਸੀ, ਪ੍ਰੇਮ ਮੁਹੱਬਤ ਸੀ। ਨਾ ਸਾਨੂੰ ਕੋਈ ਕਰਦਾ ਆ, ਨਾ ਸਾਨੂੰ ਕੋਈ ਕਰ ਰਿਹਾ। जी 8वीं तक तो सब सही चलता रहा, पर जब मैं 9वीं क्लास से गई फिर सब कुछ चेंज हो गया। जे मैनू पहला प्यार मिलिया हुंदा फैमिली तो शायद अज मैं इत्थे भी ना हुंदी। मैं अपनी मम्मा जी नूं बहुत प्यार करदी हूँ। मैनू करन जां ना करन मैनू नहीं पता, पर मैं अपनी मम्मी नूं बहुत प्यार करदी, इसलिए इत्थे लिखा है आई लव यू मॉम। रब तो ये गुजारिश करूँ कि परमात्मा मैनू सच्चे पातशाह वाहिगुरु भोले शंकर जी, मेरी माता शेरावाली, मैनू कुड़ी दा रूप दिता जाए। फीमेल लोग बच्चा नू जन्म देंदे आ, जो तकलीफ सहंदे, असी वो दर्द सहना चाहते हैं, पर रब नू इंशाअल्लाह नू कुछ होर मंजूर है इदा कुछ। ਸਤਿ ਸ਼੍ਰੀ ਅਕਾਲ ਦੋਸਤੋ, मैं सुखी मंघाणिया सरलेख चैनल देख रहे दर्शकों का स्वागत करता हाँ। दोस्तों, असी 21वीं सदी के युग में जी रहे हाँ, पर बेशक असी तरक्की दीयां गल्लां तां करदे हाँ, पर अज भी असी बराबरता का समाज नहीं सिरज सके। अज भी मर्द के बराबर असी कहने तो हाँ, कानून मुताबिक तो मर्द औरत बराबर ने, पर औरत भी नारीवाद का झंडा लैके अपनी होंद, अपनी पहचान, अपनी आज़ादी मर्द के बराबर समाज में जीण का जिहड़ा अहद कर रही है। पर अफसोस असी अज भी बेशक समय दी सरकारां ने, साडे देश के कानून ने थर्ड जेंडर नूं मानता दे दी है, पर असी अज भी ट्रांसजेंडर नूं, किन्नर नूं समाज दे विच हाशिए धक्या होया। असी साडे समाज दे विच अजे भी उन्हां तो दूर खड़ के देखते हैं। सो अज मेरे नाल एक ट्रांसजेंडर प्रीत वर्मा जी हाज़र ने। उन्हां नाल करदे हां गलबात, उन्हां दे दिल दीयां गल्लां तुहाडे नाल रूबरू कराउने आ। सत श्री अकाल जी। सत श्री अकाल जी। सब तो पहला मेरे वालों सिरलेख चैनल सारी टीम नूं धन्नवाद, जिन्हां ने मैनू
ਨਾਪਾਕ ਚੀਜ਼ ਨੂੰ ਇੱਥੋਂ ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਮੀਡੀਆ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਉਹਦੇ ਲਈ ਸਭ ਤੋਂ ਪਹਿਲਾਂ ਇਹਨਾਂ ਚੈਨਲ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਰਦੀ ਹੱਥ ਜੋੜ ਕੇ। ਪ੍ਰੀਤ, ਮਾਂ ਪਿਓ ਹਾਂਜੀ ਜਦੋਂ ਤੁਹਾਡਾ ਜਨਮ ਹੁੰਦਾ ਹੈ, ਮਾਂ ਪਿਓ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਹਾਂਜੀ ਤੇ ਪੁੱਤਰ ਦਾ ਨਾਮ ਰੱਖਦੇ ਨੇ ਉਹ ਕ੍ਰਿਸ਼ਨਾ। ਹਾਂਜੀ ਤੇ ਫਿਰ ਕ੍ਰਿਸ਼ਨਾ ਤੋਂ ਪ੍ਰੀਤ ਵਰਮਾ ਕਦੋਂ ਬਣ ਗਈ? ਜੀ ਉਮਰ ਦੇ ਹਿਸਾਬ ਨਾਲ ਛੋਟੀ ਉਮਰ ਦੇ ਵਿੱਚ ਕੁਝ ਜਦੋਂ ਮੈਂ ਆਪਣੇ ਹੋਸ਼ ਆਵਾਜ਼ ਦੇ ਵਿੱਚ ਆਈ ਤੇ ਮੈਨੂੰ ਕੁਝ ਜਿਹੋ ਜੀ ਫੀਲਿੰਗ ਹੋਈ ਕਿ ਮੈਂ ਇੱਕ ਦੇਹ ਤਾਂ ਮੇਰਾ ਬॉयਜ਼ ਦਾ ਸੀ, ਬਟ ਮੇਰੀ ਫੀਲਿੰਗ ਸੀ ਉਹ ਮੁੰਡਿਆਂ ਵਾਲੀ ਨਹੀਂ ਸੀ। ਮੇਰੀ ਫੀਲਿੰਗ ਮੇਰੀ ਹਰਕਤ ਕੁੜੀਆਂ ਵਾਲੀ ਸੀ। ਹੌਲੀ ਹੌਲੀ ਇਸ ਤਰ੍ਹਾਂ ਕੁਝ ਗੁਜ਼ਰਦਾ ਗਿਆ। ਉਸ ਤੋਂ ਬਾਅਦ ਮਾਂ ਪਿਓ ਨੂੰ ਤੁਸੀਂ ਛੱਡਿਆ ਜਾਂ ਮਾਂ ਪਿਓ ਨੇ ਤੁਹਾਨੂੰ ਛੱਡਤਾ? ਜੀ ਮਾਪੇ ਨੇ ਜਿਵੇਂ ਸਮਾਜ ਦੀ ਗੱਲ ਕਰਦੇ ਆ, ਉਸੇ ਸਮਾਜ ਨੇ ਮਾਪੇ ਦੇ ਡਿਪਰੈਸ਼ਨ, ਮਾਪੇ ਨੂੰ ਤਾਨੇ ਮੈਨੇ ਦਿੰਦੇ ਨੇ। ਤਾਂ ਉਸ ਵਜ੍ਹਾ ਨਾਲ ਕੁਝ ਪਾਪਾ ਸੋਚਦੇ ਨੇ ਕਿ ਅਸੀਂ ਕੀ ਹੋ ਗਿਆ, ਸਾਡੇ ਘਰ ਵਿੱਚ ਮੁੰਡਾ ਪੈਦਾ ਹੋਇਆ ਸੀ, ਇਹ ਹਰਕਤ ਇਹ ਕਰਦੇ ਨੇ। ਇਸ ਲਈ ਕੁਝ ਸਮਾਜ ਦੇ ਗੱਲਾਂ ਵਿੱਚ ਆ ਕੇ ਕਹਿ ਲਈਏ ਜਾਂ ਫਿਰ ਕੁਝ ਵੀ ਕਹਿ ਲਈਏ, ਆਈ ਡੋਨਟ ਨੋ, ਬਟ ਮਾਪੇ ਹੀ ਸਾਨੂੰ ਛੱਡ ਦਿੰਦੇ ਆ। ਮਾਪੇ ਸਾਨੂੰ ਆਪਣੇ ਆਪ ਤੋਂ ਦੂਰ ਕਰ ਦਿੰਦੇ ਆ। ਜੀ ਬੱਚਾ 5-6 ਸਾਲ ਦੀ ਉਮਰ ਦੇ ਵਿੱਚ ਜੀ 5 ਮਾਂ ਸਾਲ ਪਿਓ ਪੜ੍ਹਨ ਪਾਉਂਦੇ ਨੇ। ਜੀ ਜੀ ਉਹ ਜੀ ਸਕੂਲ ਦੇ ਵਿੱਚ ਫਿਰ ਇੱਕ ਮੁੰਡਾ ਗਿਆ ਸੀ ਜਾਂ ਇੱਕ ਕੁੜੀ ਦੀ ਵੇਸ਼ਭੂਸ਼ਾ 'ਚ ਬੱਚਾ ਗਿਆ ਸੀ? ਨਹੀਂ, ਸਭ ਤੋਂ ਪਹਿਲਾਂ ਤਾਂ ਉਸ 5-6 ਸਾਲ 7 ਸਾਲ ਦੀ ਉਮਰ ਦੇ ਵਿੱਚ ਤਾਂ ਇੱਕ ਮੁੰਡੇ ਵੇਚਦੇ ਸੀ, ਪਰ ਜਿਵੇਂ ਕਲਾਸਾਂ ਵੱਧਦੀਆਂ ਗਈਆਂ, ਮੈਂ 8ਵੀਂ ਕਲਾਸ ਵਿੱਚ ਹੋਈ, ਬਟ ਮੇਰੀਆਂ ਫੀਲਿੰਗ, ਮੇਰੀਆਂ ਭਾਵਨਾ ਕੁਝ ਬਾਹਰ ਆ ਗਈਆਂ, ਜਿਹਦੇ ਕਰਕੇ ਸਕੂਲ ਵਾਲਿਆਂ ਨੇ, ਸਮਾਜ ਨੇ, ਪਬਲਿਕ ਸਿਟੀ ਤੇ ਫੈਮਿਲੀ ਵਾਲੇ ਨੇ ਇਸ ਚੀਜ਼ ਨੂੰ ਐਕਸੈਪਟ ਨਹੀਂ ਕੀਤਾ। ਉਹਨਾਂ ਨੇ ਇਸ ਚੀਜ਼ ਨੂੰ ਗਲਤ ਬੋਲ ਰਹੇ ਸੀ ਕਿ ਗਲਤ ਹੈ, ਇਹ ਕੁਝ ਗਲਤ ਹੈ। ਉਹਨਾਂ ਨੇ ਮੈਂ ਕਾਫੀ ਕਿਹਾ ਕਿ ਗਲਤ ਨਹੀਂ ਹੈ, ਕੁਦਰਤ ਵੱਲੋਂ ਆ, ਜੋ ਵੀ ਹੈ ਸਭ ਕੁਦਰਤ ਵੱਲੋਂ ਹੀ ਹੈ। ਪਰ ਉਸ ਚੀਜ਼ ਨੂੰ ਨਹੀਂ ਮੰਨਦੇ ਹੋਏ ਮੈਨੂੰ ਕੁੱਟਮਾਰ ਕਰਨੀ ਸ਼ੁਰੂ ਕੀਤੀ। ਕਿਹਨੇ? ਪੇਰੈਂਟਸ, ਮਾਪੇ, ਰਿਸ਼ਤੇਦਾਰ ਕੁਝ। ਫਿਰ ਮੈਨੂੰ ਸਮਾਜ ਤੋਂ ਬਾਹਰ ਕੱਢ ਦਿੱਤਾ ਗਿਆ। ਜੀ ਪੜ੍ਹਾਈ ਲਿਖਾਈ ਦੇ ਜਦੋਂ ਸਕੂਲ ਜਾਂਦੇ ਸੀ, ਜਦੋਂ ਤੁਸੀਂ ਕਹਿੰਦੇ 8ਵੀਂ 9ਵੀਂ ਦੇ ਕਲਾਸ 'ਚ ਜਦੋਂ ਪੜ੍ਹਦੇ ਤੁਸੀਂ, ਉਸ ਦੌਰ ਦੇ ਵਿੱਚ ਤੁਹਾਡਾ ਜਿਹੜਾ ਵਿਦਿਆਰਥੀਆਂ ਰੁਝਾਨ, ਟੀਚਰ ਰੁਝਾਨ ਤੁਹਾਡੇ ਪ੍ਰਤੀ ਕੀ ਸੀਗਾ ਫਿਰ? जी 8वीं तक तो सब सही चलता रहा, पर जब मैं 9वीं क्लास गई फिर सब कुछ चेंज हो गया। विद्यार्थियों का, टीचर का, सब कुछ चेंज हो गया। उन्होंने देख के मतलब बिहेव टॉकिंग सी, वो कुछ गलत तरीके ने रिएक्ट करते, बेइज्जती करना, तुसी इदां आ, तुसी इदां कर करके बस मैं स्कूल भी मैनू छड्डना पिया मजबूरी की हालत, क्योंकि कोई सब गलत भावना करते सी स्कूल दे विच भी, अध्यापक तो लेके टीचर तक, अध्यापक तो लेके बच्चे तक, स्टूडेंट सब। अध्यापक ना असल देखो, अध्यापक एक कौम निर्माता है। अध्यापक ने हर बच्चे नूं समझना हुंदा है, बट नहीं सानू तो नहीं समझा। जिहा अध्यापक मिले जिसने तुहानू मोटिवेशन दित्ती होवे, हाले तक तो कोई मिलिया नहीं मैनू, हाले तक तो कोई इदां दा इंसान मैनू मिलिया नहीं कि जिहड़ा सानू समझे। वो तो चलो तुहाडे चैनल दा मैं शुक्रिया दा धन्नवाद करदी हां कि तुसीं मैनू लाइव विच लेके आए हैं, पूरी दुनिया ਨੂੰ ਜਾਗਰੂਕ ਕਰਨ ਲਈ ਮੈਨੂੰ ਇੱਥੇ ਬਿਠਾਇਆ ਜਾਂ ਮੈਨੂੰ ਬੁਲਾਇਆ। ਅਦਰਵਾਈਜ਼ ਹੋਰ ਕੋਈ ਪਬਲਿਕ ਚਾਂਸ, ਕੋਈ ਸਮਾਜ ਸਾਨੂੰ ਨਹੀਂ ਸਮਝਣ ਦੀ ਕੋਸ਼ਿਸ਼ ਕਰਦੀ। ਕਿੰਨੇ ਭੈਣ ਭਰਾ ਸੀ? ਮੇਰੇ 2 ਭਰਾ ਨੇ ਛੋਟੇ। 2 ਭਰਾ? ਹਾਂਜੀ। ਤੀਜਾ ਤੁਸੀਂ ਭਰਾ ਸੀਗੇ? ਹਾਂਜੀ। ਤੇ ਆਮ ਤੌਰ ਤੇ ਜਿਹੜੇ ਮਾਪਿਓ ਹੁੰਦੇ ਨੇ, ਮਾਪਿਓ ਜਿਹੜੀ ਜ਼ਮੀਨ ਜਾਇਦਾਦ ਸਭ ਹੁੰਦਾ ਹੈ, ਉਹ ਬੱਚਿਆਂ ਦਾ ਹੱਕ ਹੁੰਦਾ ਹੈ, ਸਾਰੇ ਬੱਚਿਆਂ ਦਾ। ਜੀ ਪਰ ਤੁਹਾਨੂੰ ਉਹ ਹੱਕ ਮਿਲਿਆ ਫਿਰ? ਜੀ ਮੈਨੂੰ ਉਹ ਹੱਕ ਨਹੀਂ ਮਿਲਿਆ, ਨਾ ਮੈਨੂੰ ਹੱਕ ਚਾਹੀਦਾ। ਮੈਨੂੰ ਤਾਂ ਸਿਰਫ ਆਪਣੇ ਮਾਪੇ ਦਾ ਪਿਆਰ ਚਾਹੀਦਾ ਵਾ। ਉਹ ਹੱਕ ਨਾ ਸਾਨੂੰ ਮਿਲ ਸਕਦਾ, ਨਾ ਕਦੇ ਮਿਲੂਗਾ। ਤੇ ਉਹ ਹੱਕ ਮੈਨੂੰ ਕਾਨੂੰਨੀ ਤੌਰ ਤੇ ਤੁਸੀਂ ਹੱਕਦਾਰ ਹੋ, ਬਟ ਸਮਝੋਗੇ ਜਦ ਪੇਰੈਂਟਸ ਇਸ ਚੀਜ਼ ਨੂੰ ਸਮਝਣਗੇ ਫਿਰ ਹੀ ਹੱਕ ਮਿਲ ਸਕਦਾ। ਉਹ ਸਮਝਣਗੇ ਸਾਨੂੰ ਉਸ ਲਾਇਕ ਫਿਰ ਮਿਲ ਸਕਦਾ। ਜੇ ਅਗਲਾ ਕਹਿ ਹੀ ਦਿੰਦੇ ਕਿ ਸਾਡੇ ਘਰ ਦੇ ਵਿੱਚ ਤੇਰੀ ਕੋਈ ਜਗ੍ਹਾ ਨਹੀਂ ਹੈਗੀ, ਉੱਥੇ ਤਾਂ ਹੱਕ ਲੈਂਦੇ ਅਸੀਂ ਚੰਗੇ ਨਹੀਂ ਲੱਗਦੇ ਫਿਰ। ਇਸ ਲਈ ਮੈਨੂੰ ਕੁਝ ਵੀ ਨਹੀਂ ਚਾਹੀਦਾ ਆਪਣੇ ਪੇਰੈਂਟਸ ਤੋਂ। ਜਨਮ ਕਿੱਥੇ ਹੋਇਆ ਸੀ? ਮੈਂ ਪਟਨਾ। ਪਟਨੇ ਤੋਂ ਚੰਡੀਗੜ੍ਹ ਦਾ ਸਫ਼ਰ ਕਿਹੋ ਜਿਹਾ ਰਿਹਾ? ਜਦੋਂ ਪੇਰੈਂਟਸ ਨੇ ਮੈਨੂੰ ਘਰੋਂ ਕੱਢ ਦਿੱਤਾ, ਕੁੱਟਮਾਰ ਕੀਤੀ ਮੇਰੇ ਨਾਲ, ਫਿਰ ਮੈਂ ਹਾਲਾਤ ਦੀ ਮਾਰੀ ਮੈਂ ਹੌਲੀ ਹੌਲੀ ਕਿਸੇ ਤਰੀਕੇ ਚੰਡੀਗੜ੍ਹ ਵਿੱਚ ਆ ਗਈ। ਫਿਰ ਇਸ ਲਈ ਮੇਰਾ ਪਟਨਾ ਦਾ ਦੌਰ ਖਤਮ, ਮੈਂ ਚੰਡੀਗੜ੍ਹ 'ਚ ਆ ਕੇ ਸੈੱਟ ਹੋ ਗਈ। ਕਿੰਨੀ ਕੁ ਉਮਰ ਦੇ ਵਿੱਚ ਮਾਂ ਪਿਓ ਤੋਂ ਵੱਖਰੇ ਹੋ ਗਏ? ਮੈਂ ਤਾਂ 6-7 ਸਾਲ ਦੀ ਉਮਰ ਦੇ ਵਿੱਚ ਆਈ ਥਿੰਕ ਕੁਝ ਲੈ ਜਾਂਦੇ ਆ ਬਰਾਦਰੀ ਦੇ ਲੋਕ, ਉਹ ਲੈ ਗਏ। ਨਹੀਂ, ਬਰਾਦਰੀ ਕਿਸ ਨੂੰ ਕਹਿੰਦੇ ਤੁਸੀਂ? ਜਿਵੇਂ ਆ ਸਾਡੇ ਬਰਾਦਰੀ ਜੋ ਸੋਚ ਜਿਨ੍ਹਾਂ ਨੂੰ ਪਤਾ ਲੱਗਦਾ ਵਾ ਕਿ ਸਾਡੇ ਬਰਾਦਰੀ ਦਾ ਬੱਚਾ। ਇਹ ਤਾਂ ਅਸੀਂ ਸੁਣਿਆ ਹੈ ਵੀ ਅਸੀਂ ਜਿਹੜੇ ਕਿੰਨਰ ਨੇ, ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਉਹ ਬੱਚੇ ਨੂੰ ਅਡਾਪਟ ਕਰ ਲੈਂਦੇ ਨੇ। ਜੀ।
ਉਹ ਡਾਕਟਰ ਵੀ ਇਸ ਕਰਕੇ ਕਰਦੇ ਨੇ ਕਿਉਂਕਿ ਉਹ ਸਮਾਜ ਦੇ ਵਿੱਚ ਉਹ ਬੱਚੇ ਨੂੰ ਖੁਦ ਨੂੰ ਜੀਣ ਲਈ ਦਿੰਦੇ ਲੋਕ। ਜੀ। ਤੇ ਤੁਹਾਡਾ ਫਿਰ ਕਿਹੜੀ ਬਰਾਦਰੀ ਦੀ ਗੱਲ ਕਰਦੇ? ਸਾਡੇ ਜਿਵੇਂ ਟ੍ਰਾਂਸਜੈਂਡਰ ਟੀਮ ਹੈ, ਉਹ ਜਿਵੇਂ ਦੇਖਦੇ ਆ ਸੜਕ ਤੇ, ਜਿਵੇਂ ਅੱਜ ਕੱਲ ਬਹੁਤ ਤੁਸੀਂ ਦੇਖਿਆ ਹੋਣਾ ਸੜਕ ਤੇ ਬਹੁਤ ਟ੍ਰਾਂਸਜੈਂਡਰ ਘੁੰਮਦੇ ਆ, ਇਵੇਂ ਕੋਈ ਮੇਰੇ ਤੇ ਵੀ ਤਰਸ ਖਾ ਕੇ ਆਪਣੇ ਘਰ ਲੈ ਗਏ। ਉਹ ਜਲੰਧਰ ਸਾਈਡ ਦੇ ਨੇ ਉਹ। ਅੱਛਾ। ਉਹ ਮੇਰੇ ਗੁਰੂ ਜੀ ਨੇ, ਉਹ ਘਰ ਲੈ ਗਏ ਮੈਨੂੰ ਆਪਣੇ ਕੋਲ, ਉਹਨਾਂ ਨੇ ਰੱਖਿਆ। ਬਟ ਕਿਸਮਤ ਉੱਥੇ ਵੀ ਨਹੀਂ ਮੇਰੀ, ਕਿਸਮਤ ਉੱਥੋਂ ਵੀ ਕੁਛ, ਕਿਸਮਤ ਨੂੰ ਕੁਛ ਹੋਰ ਮਨਜ਼ੂਰ ਸੀ। ਫਿਰ ਮੈਂ ਉਹਨਾਂ ਕੋਲ ਕੁਛ ਟਾਈਮ ਰਹੀ, ਉਹਨਾਂ ਕੋਲ ਸਮਾਈ ਦੀ ਚਲਦੀ ਰਹੇ ਦੌੜ, ਫਿਰ ਮੈਂ ਚੰਡੀਗੜ੍ਹ ਸ਼ਿਫਟ ਹੋ ਗਈ। ਨਹੀਂ ਇੰਨੀ ਛੋਟੀ ਉਮਰ ਦੇ ਵਿੱਚ ਫਿਰ ਪੜ੍ਹਦੇ ਕਿੱਥੇ ਸੀਗੇ? ਬਸ ਜਦੋਂ ਮੈਂ ਜਲੰਧਰ ਵਿੱਚ ਆਈ ਤਾਂ ਇਵੇਂ 2 ਸਾਲ ਕਦੇ ਕਿਤੇ ਪੜ੍ਹ ਲਿਆ, 2 ਸਾਲ ਕਦੇ ਕਿਤੇ ਪੜ੍ਹ ਲਿਆ। ਇਵੇਂ ਪੜ੍ਹਾਈ ਵੀ ਮੇਰੀ ਕੁਝ ਸਹੀ ਤਰੀਕੇ ਨਾਲ ਨਹੀਂ ਹੋ ਸਕੀ ਕਿਉਂਕਿ ਮੇਨ ਰੀਜ਼ਨ ਸੀ ਇੱਕ ਟ੍ਰਾਂਸਜੈਂਡਰ, ਥਰਡ ਜੈਂਡਰ। ਇਹ ਤਾਂ ਜੀ ਆਪਣੀ ਸੋਚਣੀ ਹੁੰਦੀ, ਜੇ ਮੈਨੂੰ ਪਹਿਲਾਂ ਪਿਆਰ ਮਿਲਿਆ ਹੁੰਦਾ ਫੈਮਿਲੀ ਤੋਂ ਤਾਂ ਸ਼ਾਇਦ ਅੱਜ ਮੈਂ ਇੱਥੇ ਵੀ ਨਾ ਹੁੰਦੀ। ਇਹ ਤਾਂ ਤੁਸੀਂ ਮੰਨ ਰਹੇ ਹੋ ਗੱਲ। ਬਟ ਮੈਨੂੰ ਕਿਸੇ ਦਾ ਪਿਆਰ ਨਹੀਂ ਮਿਲਿਆ, ਇਸ ਲਈ ਮੈਂ ਇੱਥੇ ਪਹੁੰਚ ਗਈ। ਕਿੰਨੇ ਪੜ੍ਹੇ ਹੋਏ ਆ? ਵੈਸੇ ਤਾਂ ਮੈਂ +2 ਕੀਤੀ ਆ। ਉਸ ਤੋਂ ਬਾਅਦ ਮੈਂ ਪ੍ਰਾਈਵੇਟ +2 ਕੀਤੀ ਪ੍ਰਾਈਵੇਟ ਵਿੱਚ। ਦੇਖੋ ਜੇ ਤੁਸੀਂ, ਮੈਨੂੰ ਲੱਗਦਾ ਵੀ ਹੋਰ ਪੜ੍ਹਦੇ ਤਾਂ ਜ਼ਿੰਦਗੀ ਹੋਰ ਵੀ ਖੂਬਸੂਰਤ ਹੋਣੀ ਸੀ ਜੀ। ਮੈਂ ਦੱਸਣਾ ਚਾਹੁੰਦਾ ਕਲਕੱਤਾ ਦੇ ਵਿੱਚ ਇੱਕ ਮਨੋਬੀ ਬੰਦੋਪਾਧਿਆਏ ਨੇ ਜਿਹੜੇ ਖੁਦ ਟ੍ਰਾਂਸਜੈਂਡਰ ਨੇ। ਉਹਨਾਂ ਨੇ ਉਹ ਇੰਡੀਆ ਦੇ ਵਿੱਚ ਪਹਿਲੇ ਪ੍ਰਿੰਸੀਪਲ ਬਣੇ ਇੱਕ ਕਾਲਜ ਦੇ। ਬਹੁਤ ਸਾਰੇ ਅਜਿਹੇ ਟ੍ਰਾਂਸਜੈਂਡਰ ਨੇ ਜਿਹੜੇ ਅੱਜ ਮਾਣ ਸਨਮਾਨ ਦੀ ਜ਼ਿੰਦਗੀ ਜੀ ਰਹੇ ਨੇ। ਤੁਸੀਂ ਵੀ ਤਾਂ ਅਜਿਹਾ ਉਦਮ ਕਰ ਸਕਦੇ ਸੀ। ਜੀ ਸਰ, ਇਹਦੇ 'ਚ ਇਹ ਆ ਕਿ ਬਸ ਸਪੋਰਟ ਹੋਣੀ ਚਾਹੀਦੀ ਆ। ਬਸ ਉਹਨਾਂ ਦੀ ਸਪੋਰਟ ਹੋਊਗੀ, ਉਹ ਚੜ ਗਏ। ਹੁਣ ਮੇਰੀ ਸਪੋਰਟ ਨਹੀਂ ਹੈਗੀ ਆ, ਨਾ ਇਨਕਮ ਸੋਰਸ ਦੀ ਆ, ਨਾ ਕਿਸੇ ਫੈਮਿਲੀ ਦੀ ਸਪੋਰਟ ਆ। ਇਸ ਲਈ ਮੈਂ ਜਿੰਨਾ ਕਿ ਹੋ ਸਕੇ ਮੈਂ ਉੱਥੇ ਤੱਕ ਹੀ ਹਾਲਾਤ ਉਹਨਾਂ ਨੇ ਵੀ ਅਜਿਹੇ ਹੰਢਾਏ ਸੀ। ਉਹਨਾਂ ਨੂੰ ਘਰੋਂ ਨਿਕਲਿਆ ਗਿਆ, ਫਿਰ ਉਹ ਹੌਲੀ ਹੌਲੀ ਉਹ ਧੱਕੇ ਖਾਂਦੇ ਜ਼ਿੰਦਗੀ ਸਰ ਕਰ ਗਏ। ਜੀ ਮੈਂ ਇਸ ਗੱਲ ਨੂੰ ਮੰਨਦੀ, ਪਰ ਕੁਝ ਮੇਰੇ ਇਹੋ ਜਿਹੇ ਕੰਡੀਸ਼ਨ ਸੀ ਕਿ ਮੈਂ ਕੁਝ ਆਪਣੇ ਇਕੱਠਾ ਨਹੀਂ ਕਰ ਸਕੀ, ਨਾ ਮੈਨੂੰ ਇਨਕਮ ਸੋਰਸ ਸੀ। ਇਨਕਮ ਸੋਰਸ ਦੇ ਕਰਕੇ ਮੈਂ ਬਸ ਉੱਥੇ ਇੱਕ ਰਹਿ ਗਈ। ਮੈਂ ਅੱਗੇ ਵਧਣ ਦੀ ਕੋਸ਼ਿਸ਼ ਬਥੇਰੀ ਕੀਤੀ ਪਰ ਅੱਗੇ ਮੈਂ ਪੜ੍ਹ ਨਹੀਂ ਸਕੀ +2 ਤੋਂ ਬਾਅਦ। ਅੱਜ ਕੀ ਕੰਮਕਾਰ ਕਰਦੇ ਹੋ ਫਿਰ? ਕਿੱਤਾ ਰੋਜੀ ਰੋਟੀ? ਜੀ ਅੱਜ ਕੱਲ ਤਾਂ ਦੇਖੋ ਸਰਕਾਰ ਨੇ ਤਾਂ ਸਾਨੂੰ ਕੋਈ ਹੱਕ ਦਿੱਤਾ ਹੀ ਨਹੀਂ ਆ। ਕਹਿਣ ਨੂੰ ਤਾਂ ਸਰਕਾਰ ਨੇ ਥਰਡ ਦਾ ਜੋ ਵੀ ਹੈ ਪਾਸ ਕੀਤਾ ਹੋਇਆ ਵਾ, ਇਹ ਸਿਰਫ ਕਹਾਵਤ ਨੇ। ਅੱਜ ਕੱਲ ਤਾਂ ਸਰਕਾਰ ਨੇ, ਮੋਦੀ ਸਰਕਾਰ ਨੇ ਨਾਰਮਲ ਜੋ ਮੇਲ ਨੇ, ਫੀਮੇਲ ਨੇ, ਉਹਨਾਂ ਨੂੰ ਤਾਂ ਕੋਈ ਹਦਾਇਤਾਂ ਨਹੀਂ ਦਿੱਤੀਆਂ, ਠੀਕ ਹੈ ਨਾ, ਜਿਹੜੇ ਗਰੀਬ ਲੋਕ ਨੇ। ਫਿਰ ਸਾਨੂੰ, ਅਸੀਂ ਤਾਂ ਇੱਕ ਅਲੱਗ ਚੀਜ਼ ਆ, ਤੇ ਇਸ ਲਈ ਮੈਨੂੰ ਉਧਰੋਂ ਕੋਈ ਸਹੂਲਤ ਨਹੀਂ ਮਿਲੀ। ਅੱਜ ਕੱਲ ਮੈਂ ਆਪਣਾ ਗੁਜ਼ਾਰਾ, ਮੈਂ ਭੰਗੜੇ ਦਾ ਕੰਮ ਕਰਦੀ ਆ, ਵਿਆਹ ਸ਼ਾਦੀਆਂ ਤੇ ਪ੍ਰਾਈਵੇਟ ਫੰਕਸ਼ਨ ਕਰਦੀ ਆ, ਜਿਹਦੇ ਕਰਕੇ ਮੇਰਾ ਆਪਣਾ ਗੁਜ਼ਾਰਾ ਹੁੰਦਾ। ਆਰਕੈਸਟਰਾ? ਜੀ ਆਰਕੈਸਟਰਾ ਦਾ ਕੰਮ ਕਰਦੀ ਆ। ਆਰਕੈਸਟਰਾ ਦੇ ਵਿੱਚ ਆਮ ਤੌਰ ਤੇ ਲੜਕੀਆਂ ਕਰਦੀਆਂ ਨਹੀਂ। ਤੁਹਾਡੇ ਕੋਲੇ ਕਲਾ ਹੈ ਡਾਂਸ ਕਰਨ ਦੀ, ਤੁਹਾਨੂੰ ਲੋਕ ਐਕਸੈਪਟ ਕਰ ਲੈਂਦੇ ਨੇ ਜੀ? ਜਾਂ ਕਹਿੰਦਾ ਭਾਵੇਂ ਇਹ ਵੀ ਜਿਹੜਾ ਮਿਹਨਤਾਨਾ ਹੈ ਉਹ ਕੁੜੀਆਂ ਦੇ ਬਰਾਬਰ ਤੁਹਾਨੂੰ ਮਿਲ ਜਾਂਦਾ? ਫਿਰ ਜੀ ਮਿਲਦਾ ਤਾਂ ਦੇਖੋ ਜੀ ਕੁਝ ਵੀ ਨਹੀਂ ਆ, ਪਰ ਮੇਰੀ ਕੋਸ਼ਿਸ਼ ਜਾਰੀ ਆ ਕਿ ਮੇਰੇ ਟੀਮ ਵਾਲੇ ਉਹ ਮੈਨੂੰ ਐਕਸੈਪਟ ਕਰਦੇ। ਉਹਨਾਂ ਨੂੰ ਮੈਂ ਆਪਣੀ ਮਜਬੂਰੀ ਦੱਸੀ ਕਿ ਮੇਰੇ ਕੋਲ ਕੋਈ ਸਾਧਨ ਹੈ ਕੋਈ, ਮੈਂ ਬਿਲਕੁਲ ਬੇਰੁਜ਼ਗਾਰ ਆ, ਮੇਰੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਆ। ਉਹਨਾਂ ਨੇ ਤਰਸ ਖਾ ਕੇ ਚਲੋ ਜੀ ਮੈਨੂੰ ਆਪਣੇ ਟੀਮ ਦੇ ਵਿੱਚ ਸ਼ਾਮਿਲ ਕਰ ਲਿਆ, ਜਿੱਥੋਂ ਮੇਰਾ ਗੁਜ਼ਾਰਾ ਹੋ ਜਾਂਦਾ ਔਰ ਐਕਸੈਪਟ ਕਰ ਲੈਂਦੇ ਆ। ਹਾਂਜੀ, ਮੈਂ ਉੱਥੋਂ ਪ੍ਰੋਗਰਾਮ ਕਰਦੀ ਆ, ਤਾਂ ਉੱਥੋਂ ਪ੍ਰੋਗਰਾਮ ਕਰਦੀ ਮੇਰਾ। ਅਸੀਂ ਦੇਖਦੇ ਆ ਚਾਹੇ ਉਹ ਬਹੁਤ ਸਾਰੇ ਕਿੰਨਰ ਨੇ ਜਾਂ ਜੀ ਟ੍ਰਾਂਸਜੈਂਡਰ ਨੇ, ਬਹੁਤ ਸਾਰੇ ਜਿਹੜੇ ਗੱਡੀਆਂ 'ਚ ਮੰਗਦੇ ਨੇ, ਜਾਂ ਕਈ ਵਾਰੀ ਹਾਲਾਤ ਮਜਬੂਰੀਆਂ ਅਜਿਹੇ ਸੈਕਸ ਵਰਕਰ ਤੌਰ ਤੇ ਕੰਮ ਕਰਦੇ ਨੇ। ਜੀ ਸਰ, ਬਹੁਤ ਸਾਰੇ ਟ੍ਰਾਂਸਜੈਂਡਰ ਨੇ ਜਿਹੜੇ ਸੈਕਸ ਵਰਕਰ ਤੇ ਕੰਮ ਕਰਦੇ, ਪਰ ਸਰ ਉਹ ਕੀ ਕਰਨ? ਦੇਖੋ ਉਹਨਾਂ ਕੋਲ ਕੋਈ ਮਤਲਬ ਕੋਈ ਕਮਾਈ ਲਈ ਸਾਧਨ, ਕੰਮ ਕਰਨ ਦਾ ਕੋਈ ਸਹੂਲਤ ਨਹੀਂ ਹੈਗੀ ਆ, ਜਿਹਦੇ ਕਾਰਨ ਉਹ ਮਜਬੂਰੀ ਦੇ ਵਿੱਚ ਆਪਣਾ ਕੋਲ ਸੈਕਸ ਜਾਂ ਕੁਝ ਵੀ ਕਰਦੇ। ਇਹ ਤਾਂ ਹੈ ਨਹੀਂ ਕਿ ਟ੍ਰਾਂਸਜੈਂਡਰ ਇਕੱਲੇ ਸੈਕਸ ਵਰਕਰ ਆ, ਨਾਰਮਲ ਫੀਮੇਲ ਵੀ ਬਹੁਤ ਸੈਕਸ ਵਰਕਰ ਨੇ, ਫੀਮੇਲ ਵੀ ਇਹ ਕੰਮ ਕਰਦੇ। ਬਟ ਆਪਾਂ ਉਹਨਾਂ ਨੂੰ ਮਾੜਾ ਚੰਗਾ ਨਹੀਂ ਬੋਲ ਸਕਦੇ ਕਿਉਂਕਿ ਉਹਨਾਂ ਦੀ ਮਜਬੂਰੀ ਹੋ ਸਕਦੀ, ਕੋਈ ਫੈਮਿਲੀ ਮਜਬੂਰੀ ਲਾ ਲਈਏ, ਪਰਸਨਲ ਮਜਬੂਰੀ ਲਗਾ ਸਕਦੇ ਆ। ਤੁਹਾਨੂੰ ਤਾਂ ਨਹੀਂ ਕੋਈ ਇਹੀ ਮਜਬੂਰੀ ਸਾਹਮਣਾ ਕਰਨਾ ਪਿਆ? ਪਰਮਾਤਮਾ ਕਰਕੇ ਮੈਨੂੰ ਇਹੋ ਜਿਹੀ ਮਜਬੂਰੀ ਨਾ ਕਦੇ ਦਵੇ, ਨਾ ਮੈਨੂੰ ਸਾਹਮਣਾ ਕਰਨਾ ਪਵੇ। ਮੇਰਾ ਸ਼ੋਅ ਚੱਲਦਾ, ਮੈਂ ਆਪਣੇ ਸ਼ੋਅ ਤੇ ਗੁਜ਼ਾਰਾ ਕਰ ਲੈਂਦੀ ਮਾੜਾ ਮੋਟਾ। ਦੇਖੋ ਡਾਂਸਰ ਦੀ ਇੱਕ ਉਮਰ ਹੁੰਦੀ ਹੈ ਨਾ, ਸਾਰੀ ਉਮਰ ਤੁਸੀਂ ਡਾਂਸ ਨਹੀਂ ਕਰ ਸਕਣਾ ਹੈਗਾ। ਤੁਹਾਨੂੰ ਕਦੇ ਇੰਜ ਨਹੀਂ ਲੱਗਦਾ ਵੀ ਮੈਂ ਕੋਈ ਆਪਣੇ ਜਿਹੜੀ ਸਕਿੱਲ ਹੈ ਵੀ ਹੋਰ ਜਿਹਾ ਕੋਈ ਹੱਥੀਂ ਕਰਤਾ ਵਾਲਾ ਜਾਂ ਕੋਈ ਹੋਰ ਕੰਮ ਸਿੱਖ ਲਾਂ ਜਿਹਦੇ ਨਾਲ ਮੈਂ ਸਾਰੀ ਉਮਰ ਆਫੀਸ਼ੀਅਲੀ ਤੌਰ ਤੇ ਰੋਜੀ ਰੋਟੀ ਕਮਾ ਸਕਾਂ? ਜੀ ਮੈਂ ਸਰਕਾਰ ਜੀ ਕਰਦਾ ਜੀ ਮੈਂ ਸਰਕਾਰ ਨੂੰ ਦਰਖਾਸਤ ਕਰਦੀ ਹੱਥ ਜੋੜ ਕੇ ਕਿ ਸਾਨੂੰ ਸਿਰਫ ਕਹੋ ਨਾ, ਕਹਿਣ ਨੂੰ ਤਾਂ ਸਾਨੂੰ ਲੋਕੀ ਰੋਜ਼ ਕਹਿੰਦੇ ਨੇ ਤੁਸੀਂ ਇਦਾਂ ਕਰ ਲਓ, ਤੁਸੀਂ ਇਦਾਂ ਕਰ ਲਓ, ਜਿਵੇਂ ਤੁਸੀਂ ਕਹਿ ਰਹੇ ਹੋ, ਬਸ ਕਹਿ ਕੇ ਲੋਕੀ ਆਪਣੇ ਆਪਣੇ ਘਰ ਚੱਲ ਜਾਂਦੇ, ਅਸੀਂ ਫਿਰ ਉਸੇ ਤਨਹਾਈ ਦੇ ਵਿੱਚ ਜਾਂਦੇ ਹਾਂ। ਸਿੱਖਣ ਦਾ ਮੌਕਾ ਮਿਲੇ? ਹਾਂ, ਸਾਨੂੰ ਮੌਕਾ ਮਿਲੇ। ਕੀ ਜੀ ਕਰਦਾ ਸਿੱਖਣ? ਇਨਸ਼ਾਅੱਲਾ ਅਸੀਂ ਜ਼ਰੂਰ ਉਹ ਕੰਮ ਕਰਾਂਗੇ। ਕੀ ਜੀ ਕਰਦਾ ਵੀ ਮੈਂ ਕੰਮ ਸਿੱਖਣਾ? ਕੁਝ ਵੀ ਅਸੀਂ ਕਰ ਸਕਦੇ, ਸਾਨੂੰ ਕੋਈ ਜੋਬ ਮਿਲੇ, ਸਲੂਨ ਦਾ ਮਿਲ ਜਾਏ ਜਾਂ ਕੁਝ, ਕੋਈ ਵੀ ਸਾਨੂੰ ਮਿਲ ਜਾਏ, ਅਸੀਂ ਕਰਨ ਨੂੰ ਤਿਆਰ ਹਾਂ, ਪਰ ਮਿਲ ਨਹੀਂ ਰਿਹਾ, ਕੀ ਕਰੀਏ? ਬਸ ਘਰੇ ਮੁੰਡਾ ਜੰਮਦਾ ਜੀ, ਹੌਲੀ ਹੌਲੀ ਉਹਨੂੰ ਮਹਿਸੂਸ ਹੁੰਦਾ ਹੈ ਕਿ ਮੇਰੇ ਅੰਦਰ ਇੱਕ ਔਰਤ ਬੈਠੀ ਹੈ ਜੀ। ਜਦੋਂ ਇਹ ਮਹਿਸੂਸ ਕਰਦੀ ਹੈ
ਕ੍ਰਿਸ਼ਨਾ ਤੋਂ ਪ੍ਰੀਤ ਵਰਮਾ ਇੱਕ ਕੁੜੀ ਦਾ ਰੂਪ ਧਾਰਨ ਕਰਦੀ ਹੈ, ਜੀ ਉਸ ਦਿਨ ਕੀ ਮਹਿਸੂਸ ਹੋਇਆ ਸੀ? ਇਸ ਤੇ ਜੀ ਮੈਨੂੰ ਤਾਂ ਬਹੁਤ ਮਹਿਸੂਸ ਹੁੰਦਾ, ਮੈਨੂੰ ਤਾਂ ਆਪਣੇ ਸਰੀਰ ਨਾਲ ਵੀ ਮੈਨੂੰ ਨਫ਼ਰਤ ਹੈ ਇਸ ਟਾਈਮ। ਮੈਂ ਆਪਣੀ ਬੋਡੀ ਤੋਂ ਵੀ ਨਫ਼ਰਤ ਕਰਦੀ ਹਾਂ, ਰੱਬ ਨੂੰ ਇਹ ਕਹਿੰਦੀ ਕਿ ਕਿਆ ਗੁਨਾਹ ਸੀ ਕਿਆ ਸੀ, ਬਟ ਹੁਣ ਕੀ ਕਰੀਏ, ਬਹੁਤ ਮੈਂ ਮਜਬੂਰ ਆ, ਪਰ ਮੈਂ ਇਹ ਛੱਡ ਵੀ ਨਹੀਂ ਸਕਦੀ ਚੋਲਾ। ਮੈਂ ਮੰਨਦੀ ਹਾਂ ਕਿ ਮੈਂ ਕ੍ਰਿਸ਼ਨਾ ਤੋਂ ਪ੍ਰੀਤ ਵਰਮਾ ਬਣੀ, ਬਟ ਮੈਂ ਖੁਸ਼ ਨਹੀਂ ਹੈਗੀ, ਪਰ ਇਨਸ਼ਾਅੱਲਾ ਰੱਬ ਨੂੰ ਜੋ ਮਨਜ਼ੂਰ ਆ ਮੈਂ ਛੱਡ ਵੀ ਨਹੀਂ ਸਕਦੀ ਇਹ ਲਾਈਨ ਇਸ ਜਨਮ ਦੇ ਅਸੀਂ ਵਿੱਚ। ਪੁਨਰ ਜਨਮ ਦੀ ਗੱਲ ਕਰਦੇ ਹਾਂ, ਜ਼ਿੰਦਗੀ ਦੇ ਵਿੱਚ ਜੇ ਕਦੇ ਪਰਮਾਤਮਾ ਚਾਹੇ ਕਿ ਦੁਬਾਰਾ ਜਨਮ ਲੈਣ ਦਾ ਮੌਕਾ ਮਿਲੇ। ਮੈਂ ਤਾਂ ਕੁੜੀ ਬਣਨਾ ਚਾਹੂੰਗੀ, ਮੈਂ ਤਾਂ ਚਾਹੂੰਗੀ ਕੁੜੀ ਬਣਨਾ। ਪੁਨਰ ਜਨਮ ਦੇ ਵਿੱਚ ਮੈਂ ਰੱਬ ਤੋਂ ਇਹ ਗੁਜ਼ਾਰਿਸ਼ ਕਰੂ ਕਿ ਪ੍ਰਮਾਤਮਾ ਮੈਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਭੋਲੇ ਸ਼ੰਕਰ ਜੀ, ਮੇਰੀ ਮਾਤਾ ਸ਼ੇਰਾਵਾਲੀ, ਮੈਨੂੰ ਕੁੜੀ ਦਾ ਰੂਪ ਦਿੱਤਾ ਜਾਵੇ ਬਸ। ਜਿਹੜੀ ਮੈਂ ਗੱਲ ਕੀਤੀ ਹੈ ਮਨੋਬੀ ਬੰਦੋਪਾਧਿਆਏ ਜੀ ਤੇ ਬਹੁਤ ਸਾਰੇ ਹੋਰ ਟਰਾਂਸਜੈਂਡਰ ਨੇ ਜਿਨ੍ਹਾਂ ਨੇ ਲਿੰਗ ਪਰਿਵਰਤਨ ਕਰਾਇਆ, ਸੈਕਸ ਚੇਂਜ ਕਰਵਾਇਆ, ਜੀ ਕਦੇ ਇਸ ਤਰ੍ਹਾਂ ਦੀ ਭਾਵਨਾ ਜਾਗੀ ਵੀ ਯਾਰ ਵੀ ਮੈਂ ਨਾ ਮਰਦਾ ਨਾ ਹੁਣ ਔਰਤਾਂ, ਅਰਧ ਨਾਰੀ ਜਿਹਨੂੰ ਕਹਿ ਦਿੰਦੇ ਹਾਂ ਅਸੀਂ, ਜੀ ਕਦੇ ਮਹਿਸੂਸ ਹੁੰਦਾ ਵੀ ਮੈਂ ਲਿੰਗ ਚੇਂਜ ਕਰਾਵਾਂ ਜਾਂ ਸੈਕਸ ਚੇਂਜ ਕਰਾਂ? ਜੀ ਸਰ ਹੁੰਦਾ ਵਾ, ਪਰ ਕੀ ਕਰ ਸਕਦੇ ਆ, ਦੇਖੋ ਉਸ ਦੇ ਲਈ ਵੀ ਇਨਕਮ ਸੋਰਸ ਬਹੁਤ ਜ਼ਰੂਰੀ ਆ। ਪੈਸੇ ਤੋਂ ਬਿਨਾ ਤੁਹਾਨੂੰ ਪਤਾ ਅੱਜ ਕੱਲ ਪੈਸੇ ਤੋਂ ਬਿਨਾ ਕੋਈ ਗੱਡੀ ਨਹੀਂ ਚੱਲ ਸਕਦੀ ਆ। ਪੈਸੇ ਹੋਣਗੇ ਫਿਰ ਆਪਾਂ ਅੱਗੇ ਵਧਾਂਗੇ। ਮੇਰੇ ਕੋਲ ਪੈਸੇ ਹੋਣਗੇ ਮੈਂ ਵੀ ਆਪਣਾ ਲਿੰਗ ਪਰਿਵਰਤਨ ਕਰਾ ਕੇ ਇੱਕ ਫੀਮੇਲ ਦੀ ਜ਼ਿੰਦਗੀ ਜੀਣੂ, ਬਟ ਹਾਲੇ ਮੇਰੇ ਕੋਲ ਕੋਈ ਇਨਕਮ ਸੋਰਸ ਕੋਈ ਸਾਧਨ ਹੈ ਨਹੀਂ, ਇਸ ਵਜ੍ਹਾ ਨਾਲ ਹਾਲੇ ਮੈਂ ਜਿੱਥੇ ਸੀ ਉੱਥੇ ਹੀ ਰਹਿ ਗਈ। ਤੁਹਾਡੀ ਜਿਹੜੀ ਦਿੱਖ ਹੈ, ਇੱਕ ਲੜਕੀ ਹੈ ਜੀ, ਜੀ ਦੂਰੋਂ ਦੇਖ ਕੇ ਇਹ ਮਹਿਸੂਸ ਹੁੰਦਾ ਕਿ ਤੁਸੀਂ ਇੱਕ ਲੜਕੀ ਹੋ। ਜੀ ਕਦੇ ਇਸ ਤਰ੍ਹਾਂ ਦਾ ਆਇਆ ਕਿਸੇ ਮੁੰਡੇ ਨੇ ਕਿਹਾ ਹੋਵੇ ਤੁਹਾਨੂੰ ਵੀ ਮੈਂ ਤੈਨੂੰ ਪਿਆਰ ਕਰਦਾ, ਮੁਹੱਬਤ ਕਰਦਾ, ਮੈਂ ਤੇਰੇ ਨਾਲ ਮੈਰਿਜ ਕਰਾਉਂਗਾ, ਕਦੇ ਇਸ ਤਰ੍ਹਾਂ ਵਰਤਾਰਾ ਵਾਪਰਿਆ? ਜੀ ਜੀ ਬਹੁਤ ਮੇਰੇ ਲਾਈਫ ਦੇ ਵਿੱਚ ਬਹੁਤ ਇਦਾਂ ਦੇ ਆਪਸ਼ਨ ਨੇ ਕਿ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਡੇ ਮਾਪੇ ਸ਼ੁਰੂ ਦੇ ਵਿੱਚ ਜੋ ਹੁੰਦੇ ਆ, ਜਦੋਂ ਉਹਨਾਂ ਨੂੰ ਪਤਾ ਲੱਗਦਾ ਉਹ ਸਾਨੂੰ ਦੂਰ ਕਰ ਦਿੰਦੇ। ਫਿਰ ਪਿਆਰ ਦੀ ਤਾਂ ਗੱਲ ਬਹੁਤ ਦੂਰ ਆ। ਮੇਰਾ 4 ਸਾਲ ਕਿਸੇ ਮੁੰਡੇ ਨਾਲ ਮੇਰਾ ਦੋਸਤੀ ਸੀ, ਪ੍ਰੇਮ ਮੁਹੱਬਤ ਸੀ, ਬਟ ਉਹਦੇ ਨਾਲ ਵੀ ਕੁਛ ਇੱਦਾਂ ਹੀ 4 ਸਾਲ ਸਮਾਂ ਚੱਲਦਾ ਰਿਹਾ, ਬਟ ਉਹਨੂੰ ਵੀ ਬਾਅਦ ਚੋਂ ਸਮਾਜ ਨੇ ਕਹਿ ਦਿਓ ਜਾਂ ਕੁਛ ਵੀ ਲੋਕਾਂ ਨੇ ਕਹਿ ਦਿੱਤਾ ਕਿ ਇਹ ਟਰਾਂਸਜੈਂਡਰ ਹੈ ਜਾਂ ਇਹ ਆ, ਫਿਰ ਉਹਨੇ ਵੀ ਹੌਲੀ ਹੌਲੀ ਮੇਰੇ ਨਾਲ ਦੂਰੀਆਂ ਬਣਾਉਣੀਆਂ ਸ਼ੁਰੂ ਕਰਤੇ। ਇਸ ਲਈ ਤਾਂ ਪਿਆਰ ਦਾ ਮੇਰੀ ਲਾਈਫ 'ਚ ਕੋਈ ਮੋਲ ਨਹੀਂ ਹੈਗਾ, ਨਾ ਸਾਨੂੰ ਕੋਈ ਕਰਦਾ ਆ ਨਾ ਸਾਨੂੰ ਕੋਈ ਕਰ ਰਿਹਾ ਹੈ। ਜਿਹੜੇ ਲੋਕ ਨੇਗੇ ਆਲਾ ਦੁਆਲਾ ਜੀ ਕੀ ਸੋਚਦੇ ਨੇ ਤੁਹਾਡੇ ਬਾਰੇ? ਤੁਸੀਂ ਕੀ ਸੋਚਦੇ ਹੋ ਜਦੋਂ ਰਿਐਕਟ ਕਰਦੇ ਆ ਲੋਕ ਤੁਹਾਡੇ ਬਾਰੇ? ਜੀ ਅਸੀਂ ਤਾਂ ਲੋਕਾਂ ਬਾਰੇ ਤਾਂ ਇਹ ਹੀ, ਅਸੀਂ ਤਾਂ ਦੁਆ ਮੰਗਦੇ ਹਾਂ, ਹਰ ਕਿਸੇ ਦਾ ਭਲਾ ਚਾਹੁੰਦੇ ਹਾਂ, ਪਰ ਲੋਕੀ ਸਾਡੇ ਬਾਰੇ ਕੀ ਸੋਚਦੇ ਆ ਇਹਨਾਂ ਨੂੰ ਮੈਨੂੰ ਨਹੀਂ ਪਤਾ ਉਹ ਕੀ ਸੋਚਦੇ ਆ, ਪਰ ਜਿੱਥੋਂ ਤੱਕ ਮੇਰਾ ਅੰਦਾਜ਼ਾ ਕੋਈ ਸਹੀ ਨਹੀਂ ਸੋਚਦਾ। ਟਰਾਂਸਜੈਂਡਰ ਨੂੰ ਦੇਖ ਕੇ ਜਾਂ ਕਿਨਰ ਨੂੰ ਦੇਖ ਕੇ ਜਾਂ ਥਰਡ ਜੈਂਡਰ ਨੂੰ ਦੇਖ ਕੇ ਹਰ ਕੋਈ ਪਰਸਨ ਦੁਤਕਾਰਦਾ ਉਹਨੂੰ ਕਿ ਇਹ ਚੀਜ਼ ਆ ਉਹ ਚੀਜ਼, ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਨਸਾਨ ਨੂੰ ਸਮਝਣਾ ਚਾਹੀਦਾ ਕਿ ਅੱਜ ਮੈਂ ਇਦਾਂ ਆ, ਕੱਲ ਕਿਸੇ ਦੇ ਘਰ ਵਿੱਚ ਇਦਾਂ ਦਾ ਬੱਚਾ ਜਨਮ ਹੋ ਸਕਦਾ। ਇਸ ਲਈ ਰਿਸਪੈਕਟ ਕਰੋ, ਚਾਹੇ ਉਹ ਕਿਨਰ ਆ, ਚਾਹੇ ਉਹ ਟਰਾਂਸਜੈਂਡਰ ਆ, ਚਾਹੇ ਉਹ ਗੇ ਆ ਜਾਂ ਫਿਰ ਥਰਡ ਜੈਂਡਰ ਆ, ਠੀਕ ਹੈ। ਹਰ ਕਿਸੇ ਦੀ ਇੱਜ਼ਤ ਕਰੋ, ਹਰ ਕਿਸੇ ਦੀ ਆਪਣੀ ਲਾਈਫ ਆ। ਕਿਸੇ ਨੂੰ ਬੁਰਾ ਜੇ ਆਪਾਂ ਕਹਿੰਦੇ ਕਿਸੇ ਨੂੰ ਆਪਾਂ ਜੇ ਚੰਗਾ ਨਹੀਂ ਕਹਿ ਸਕਦੇ, ਮਾੜਾ ਵੀ ਕਹਿਣ ਦਾ ਸਾਨੂੰ ਕੋਈ ਹੱਕ ਨਹੀਂ ਹੈ। ਮਹਿਸੂਸ ਹੁੰਦਾ ਹੈ ਵੀ ਇੱਕ ਮਰਦ ਦੀ ਜ਼ਿੰਦਗੀ ਹੈ, ਇੱਕ ਔਰਤ ਦੀ ਜ਼ਿੰਦਗੀ ਹੈ, ਇਹ ਮਹਿਸੂਸ ਹੁੰਦਾ ਵੀ ਸਾਨੂੰ ਉਸ ਤਰ੍ਹਾਂ ਦਾ ਮਾਣ ਸਨਮਾਨ ਮਿਲ ਰਿਹਾ? ਜੀ ਜੀ ਮੈਨੂੰ ਮਹਿਸੂਸ ਹੋ ਰਿਹਾ, ਪਰ ਮੈਂ ਔਰਤ ਦੀ ਜ਼ਿੰਦਗੀ ਜੀਣਾ ਚਾਹ ਰਹੀ ਹਾਂ, ਪਰ ਮੈਨੂੰ ਮਿਲ ਨਹੀਂ ਰਹੀ ਉਹ ਜ਼ਿੰਦਗੀ। ਸ਼ਾਇਦ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ ਵਾ ਕਿ ਮੈਂ ਮੇਲ ਟੂ ਫੀਮੇਲ ਵੀ ਬਣ ਗਈ ਜਾਂ ਕ੍ਰਿਸ਼ਨਾ ਤੋਂ ਪ੍ਰੀਤ ਵਰਮਾ ਬਣ ਗਈ, ਪਰ ਮੈਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੋ ਰਿਹਾ ਕਿ ਮੈਂ ਕੋਈ ਨਾ ਕੋਈ ਮੇਰੇ ਅੰਦਰ ਕਮੀ ਆ, ਬਹੁਤ ਕਮੀ ਆ ਸ਼ਾਇਦ ਮੈਂ ਕਹਿ ਸਕਦੀ ਹਾਂ ਕਿ ਮੈਂ। ਕਈ ਟਰਾਂਸਜੈਂਡਰ ਅਜਿਹੇ ਹੋਏ ਨੇ ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਵੀ ਅਸੀਂ ਔਰਤਾਂ, ਤੇ ਉਹਨਾਂ ਨੇ ਇੱਕ ਹਰ ਔਰਤ ਚਾਹੁੰਦੀ ਹੈ ਮੈਂ ਮਾਂ ਬਣਾ, ਜੀ, ਪਰ ਉਹਨਾਂ ਨੇ ਬੱਚਾ ਅਡਾਪਟ ਕੀਤਾ ਜੀ 2 ਪਲ ਜਿਹੜੇ ਜ਼ਿੰਦਗੀ ਦੇ ਅਗਲੇ ਲੰਘਾਉਣ ਵਾਸਤੇ। ਕਦੇ ਇੰਜ ਮਹਿਸੂਸ ਹੋਇਆ ਵੀ ਮੈਂ ਵੀ ਇੱਕ ਜਾਂ ਲਿੰਗ ਪਰਿਵਰਤਨ ਕਰਾਵਾਂ ਜਾਂ ਮੈਂ ਇੱਕ ਔਰਤ ਬਣ ਕੇ ਬੱਚਾ ਅਡਾਪਟ ਕਰੂੰਗਾ ਆਉਣ ਵਾਲੇ ਸਮੇਂ 'ਚ? ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਵੀ ਕਿ ਮੈਂ ਵੀ? ਜੀ ਜੀ ਹੁੰਦਾ ਆ, ਮਹਿਸੂਸ ਹੁੰਦਾ, ਕਿਉਂ ਨਹੀਂ ਆ, ਬਟ ਜੀ ਇਹ ਗੱਲ ਇਹ ਆ ਕਿ ਕੁਦਰਤ, ਇੱਕ ਤਾਂ ਕੁਦਰਤ ਵੱਲੋਂ ਆਪਾਂ ਬੱਚਾ ਪੇਟ ਰਾਹੀਂ 9 ਮਹੀਨੇ ਰੱਖ ਕੇ ਮਾਂ ਜਨਮ ਦਿੰਦੀ ਆ, ਇੱਕ ਬੱਚਾ ਅਡਾਪਟ ਕਰਦੇ ਆ, ਠੀਕ ਆ, ਬਟ ਉਹ ਅੰਤਰ ਹੁੰਦਾ ਇਹਨਾਂ ਦੇ ਵਿੱਚ। ਹੁਣ ਅਸੀਂ ਲਾ ਲਓ ਬੱਚਾ ਗੋਦ ਲੈਂਦੇ, ਬਟ ਮੇਰੇ ਜਿਹੜੀ ਟਰਾਂਸਜੈਂਡਰ ਜਾਂ ਕਿੰਨਰ ਸਮਾਜ ਦੇ ਲੋਕਾਂ ਉਹ ਇਹ ਚਾਹੁੰਦੇ ਆ ਕਿ ਅਸੀਂ ਆਪਣੇ ਬੱਚਾ ਕੁੱਖ ਤੋਂ ਜਨਮ ਦਈਏ, ਪਰ ਇਹ ਨਾਮੁਮਕਿਨ ਆ, ਇਦਾਂ ਨਹੀਂ ਹੋ ਸਕਦਾ ਵਾ। ਉਹ ਇਸ ਲਈ ਕਿਤੇ ਨਾ ਕਿਤੇ ਉਹਨਾਂ ਨੂੰ ਕਮੀ ਮਹਿਸੂਸ ਹੁੰਦੀ ਆ। ਬੱਚਾ ਗੋਦ ਲੈ ਲੈਂਦੇ ਤਾਂ ਵੀ ਕਿਤੇ ਨਾ ਕਿਤੇ ਇੱਕ ਜਿਹੜੀ ਸਾਡੀ ਜਿਵੇਂ ਫੀਮੇਲ ਲੋਕ ਬੱਚਾ ਨੂੰ ਜਨਮ ਦਿੰਦੇ ਆ, ਜੋ ਤਕਲੀਫ ਸਹਿੰਦੇ, ਅਸੀਂ ਉਹ ਦਰਦ ਸਹਿਣਾ ਚਾਹੁੰਦੇ ਆ, ਪਰ ਰੱਬ ਨੂੰ ਇਨਸ਼ਾਅੱਲਾ ਨੂੰ ਕੁਝ ਹੋਰ ਮਨਜ਼ੂਰ ਆ, ਇਦਾਂ ਕੁਝ ਨਹੀਂ ਹੋ ਸਕਿਆ। ਗਲੇ ਦੇ ਉੱਤੇ ਇੱਕ ਟੈਟੂ ਛਪਾਇਆ ਜੀ ਮੈਂ ਗਲੇ ਦੇ ਉੱਪਰ ਟੈਟੂ ਛਪਾਇਆ। ਬੱਚਾ ਮਾਂ ਪਿਓ ਤੋਂ ਬਿਨਾਂ ਤਾਂ ਰਹਿ ਹੀ ਨਹੀਂ ਸਕਦਾ। ਇੰਨਾ ਇਕੱਲਾਪਣ, ਐਡਾ ਦੁੱਖ, ਇੰਨਾ ਸੰਤਾਪ ਕਿਵੇਂ ਚੱਲ ਰਿਹਾ? ਜੀ ਮੈਂ ਆਪਣੀ ਮੰਮੀ ਨੂੰ ਬਹੁਤ ਪਿਆਰ ਕਰਦੀ ਹਾਂ, ਉਹਨਾਂ ਨੂੰ ਲਵ ਯੂ ਕਹਿੰਦੀ ਹਾਂ। ਮੈਂ ਆਪਣੇ ਮੰਮਾ ਜੀ ਨੂੰ ਬਹੁਤ ਪਿਆਰ ਕਰਦੀ ਹਾਂ, ਉਹ ਮੈਨੂੰ ਕਰਨ ਜਾਂ ਨਾ ਕਰਨ ਮੈਨੂੰ ਨਹੀਂ ਪਤਾ, ਪਰ ਮੈਂ ਆਪਣੀ ਮੰਮੀ ਨੂੰ ਬਹੁਤ ਪਿਆਰ ਕਰਦੀ, ਇਸ ਲਈ ਇੱਥੇ ਲਿਖਾ ਹੈ ਆਈ ਲਵ ਯੂ ਮਮ। ਦੂਰ ਹੋ ਗਏ ਮਾਂ ਪਿਓ ਤੋਂ, ਕਦੇ ਬਾਪੂ ਦਾ
ਕਦੇ ਮਾਂ ਦਾ, ਕਦੇ ਤੁਹਾਡੇ ਜਿਹੜੇ ਛੋਟੇ ਭਰਾ ਸੀਗੇ, ਕਦੇ ਕਾਲ ਆਈ, ਕਦੇ ਯਾਦ ਕਰਦੇ ਨੇ ਤੁਹਾਨੂੰ? जी करते हैं बट जिस फीलिंग ना मैं चाह रही उस फीलिंग ना नहीं करते हैं पर जो मैं ਤੁਸੀਂ ਜੇ ਇੱਕ ਮਾਂ ਦਾ ਜਿਹੜੀ ਫੀਲਿੰਗ ਆ ਤੁਸੀਂ ਲੈ ਰਹੇ ਹੋ ਵੀ ਆਈ ਲਵ ਯੂ ਮਮ, ਹਨਾ, ਮਾਂ ਤਾਂ ਕਾਲਜਾ ਬਲੂੰਦਰ ਰਹਿ ਜਾਂਦਾ। ਆਪਣਾ ਬੱਚਾ ਦੂਰ ਕਰਨਾ, ਆਪਣਾ ਬੱਚਾ ਛੱਡ ਦੇਣਾ ਸੌਖਾ ਨਹੀਂ ਹੁੰਦਾ। 2 ਪਲ ਬੱਚਾ ਦੂਰ ਹੋ ਜੇ ਸਾਰਾ ਪਰਿਵਾਰ ਚੀਕ ਚਿਹਾੜਾ ਪਾਉਣ ਲੱਗ ਜਾਂਦਾ। ਇੱਕ ਬੱਚਾ ਘਰੋਂ ਨਿਕਲਦਾ ਠੇਡੇ ਖਾਣ ਲਈ ਦੁਨੀਆ ਛੱਡ ਦਿੱਤਾ ਜਾਂਦਾ। जी ਮਾਂ ਕਦੇ ਯਾਦ ਨਹੀਂ ਕਰਦੀ? माँ तो याद कर दी जी। देखो गल समाज ते आ, अगर उस दिन दे विच समाज ने समझाया हुंदा कि कोई ना जिसदा बच्चा है उन्हें कबूल कर लो, शायद मैं इत्थों तक ना पहुँचती। बट ये समाज ही आ जिहड़ा दुनिया नूं बिगाड़दी जां बसांदी आ। उसे समाज ने मैनूं दुत्कारिया जिहदे नाल मैं अपनी फैमिली तो अलग हो गई। अज मैं किते बैठी हाँ, मेरे माँ बाप किते बैठे ने। ਕਦੇ ਕੋਈ ਟਰਾਂਸਜੈਂਡਰ ਬਾਰੇ ਕਿਤਾਬ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਵੀ? जी मैं पढ़न वास्ते कोशिश की पर मेरे को सर किताब है नहीं, पर मैं चाहती हाँ कि मैं ट्रांसजेंडर की किताब पढ़ा। ਪ੍ਰੀਤ, जी सर। ਅਸੀਂ ਤੁਹਾਨੂੰ ਦੇਖਿਆ ਸੋਸ਼ਲ ਮੀਡੀਆ ਤੇ जी ਜਿਹਦੇ ਜਰੀਏ ਆਪਣਾ ਰਾਬਤਾ ਹੋਇਆ। जी ਐਕਟਿੰਗ ਦਾ ਸ਼ੌਂਕ ਰੱਖਦੀ ਹੈ ਪ੍ਰੀਤ, ਕਦੇ ਮੌਕਾ ਮਿਲੇ ਕੀ ਕਹੋਗੇ? जी सर मैं तो बहुत खुश नसीब होंगी जे मैंने इस चीज़ का मौका मिले और मैंने बेसब्री ना इस चीज़ की इंतजार है। बट सर की करिए इत्थे भी वही पंगा है कि मैं चाहती हाँ कुछ अगे वध के करना, पर समाज साडी सोसाइटी इस चीज़ नूं अगे वधन नहीं दिंदी। जे मैनूं किते मौका इंशाल्लाह मिल गया मैं तो जरूर नंबर 1 ते एक्ट करूँगी सर। ਅੱਜ ਚੈਨਲ ਤੇ ਬੈਠ ਕੇ जी ਕੀ ਮਹਿਸੂਸ ਕਰਦੇ? ਅੱਜ इस चैनल ਤੇ बैठ के मैंने बहुत खुशी महसूस है। मैं लाइव आ रही हाँ ਤੁਹਾਡੀ वजह नाल, ਤੁਹਾਡਾ ਧੰਨਵਾਦ करदी हाँ सरलेख चैनल ਦਾ कि मैं बहुत हैप्पी हाँ इस टाइम कि मैनू चलो मैनू 10 बंदे ਜਾਂ 100 ਬੰਦੇ मैनू जानने की कोशिश करेंगे, मैनू समझने की कोशिश करेंगे। मैनू बहुत खुशी है। ਪਹਿਲੀ ਵਾਰੀ ਜਦੋਂ ਤੁਹਾਨੂੰ ਕਾਲ ਕੀਤੀ ਕੀ ਸੋਚਿਆ ਸੀ ਤੇ ਹੁਣ ਕੀ ਸੋਚਦੇ ਹੋ? सर मैनू जो पहली बारी ਤੁਹਾਡੀ ਕੋਲ आई मैं इस चीज़ ਨੂੰ फेक समझिया। मैं कहा नहीं इदा कुछ एवं फेक ने, क्योंकि काफ़ी बार मैंने इदा हो चुका कि तुहानू असीं ये करांगे वो करांगे पर कुछ नहीं हुंदा। बट अज मैनू बहुत खुशी है, मैं हैप्पी अज। ਜ਼ਿੰਦਗੀ ਦੇ ਵਿੱਚ ਇਕੱਲੇ ਰਹਿੰਦੇ ਹੋ, ਇਕੱਲਾਪਣ ਵੱਡ ਖਾਂਦਾ ਹੈ ਇਨਸਾਨ ਨੂੰ। ਇੱਕ ਮਰਦ ਹੈ ਚਾਹੇ ਔਰਤ ਹੈ, ਉਹਦਾ ਇੱਕ ਪਰਿਵਾਰ ਹੈ, ਉਹ ਪਰਿਵਾਰ 'ਚ ਰਹਿ ਰਹੀ ਹੈ। ਤੁਸੀਂ ਜ਼ਿੰਦਗੀ 'ਚ ਇਕੱਲੇ ਰਹਿ ਰਹੇ ਹੋ ਤੇ ਇਕੱਲਾਪਣ ਜਦੋਂ ਤਕਲੀਫ ਦਿੰਦਾ ਹੈ, ਦੁੱਖ ਦਿੰਦਾ ਹੈ, ਫਿਰ ਕੀ ਕਰਦੇ ਹੋ? जी मैं जिंदगी च इकल्लापन रहिंदी हाँ। मैं जो बोर हो जाती हाँ, लाइफ तो तंग हो जाती हाँ, मेरा आत्मा मैंने गवा नहीं दिंदा कि मैं सही अपने आप ते। इसलिए मैं कुदरत नज़ारा लेन में पार्क च चल जानी हाँ। उस कुदरत नाल मैं गल्लां करदी, उस कुदरत नूं प्यार करदी, क्योंकि समाज सानू वो प्यार ते अधिकार नहीं दे सकिया। इसलिए असीं उस वाहिगुरू दे नाल गल्लां करदे हाँ, पार्क दे विच आके कुछ मैं टाइम अपना बतीत करदी हाँ। ਜੇ ਹਰ ਇਨਸਾਨ ਦਾ ਕੋਈ ਸੁਪਨਾ ਹੁੰਦਾ ਹੈ, ਇੱਕ ਰੀਝ ਹੁੰਦੀ ਹੈ ਨਾ। जी ਪ੍ਰੀਤ ਕੀ ਸੋਚਦੀ ਹੈ ਵੀ ਮੈਨੂੰ ਜ਼ਿੰਦਗੀ ਵਿੱਚ ਆਹ ਮਿਲ ਜੇ? ਕੀ ਸੋਚਦੀ ਹੈ, ਕੀ ਮਕਸਦ ਹੈ? जी देखो मैं तो एक परिवार चाहती हाँ, पर वो शायद इस उम्र च इस लाइफ च कभी मिल नहीं सकता। मैं चाहती मेरा एक घर-बार होवे, मेरा एक अलग परिवार होवे, मेरा नाम होवे। पर देखो वाहिगुरू दे हत्थ ते डोर आ, इंशाल्लाह नूं जो मंजूर आ की कह सकते हैं। उन्हां तो ਜਿਹੜਾ बढ़ के कुछ- ਸਮਾਜ ਤੁਹਾਨੂੰ ਗਲਤ ਸ਼ਬਦਾਵਲੀ ਵਰਤਦਾ ਹੈ, ਗਲਤ ਨਜ਼ਰੀਏ ਨਾਲ ਦੇਖਦਾ ਹੈ, ਕੀ ਕਹਿਣਾ ਚਾਹੋਗੇ? जी ਜਿਹੜੇ समाज सानू गलत निगाह नाल देखदे उन्हां दी सोचनी आ। असीं लोग हर किसी ਲਈ दुआ करते हैं, रब तो खैर मंगते हैं, पर समाज साडे ਲਈ मैं पहला भी कह चुकी, समाज साडे ਲਈ की सोचदी है, सानू की किहड़े नज़रिए नाल देखदी आ, ਉਹ ਸਾਡੀ ਜ਼ਿੰਮੇਵਾਰੀ नहीं, ਉੱਪਰ ਰੱਬ बैठा आ। ਕੀ ਸੋਚਦੇ ਹੋ ਤੁਹਾਨੂੰ ਮਰਦ ਜ਼ਿਆਦਾ ਇੱਜ਼ਤ ਦਿੰਦਾ ਹੈ ਕਿ ਔਰਤ ਜ਼ਿਆਦਾ ਇੱਜ਼ਤ ਦਿੰਦੀ ਹੈ? जी सानू इस जिंदगी दे विच ज़्यादातर मेरी 24 साल की उम्र हो चली है, तो मैनू यही देखने को मिला कि सानू मर्द तो ज़्यादा औरत सानू साडी रिस्पैक्ट करदी आ, औरत साडी इज्जत करदी आ, साडी फीलिंग समझदे आ, साडी भावना नू समझदे आ। मैं हाले तक कोई इदां दा मर्द नहीं देखा जिहड़ा साडी फीलिंग कोई समझे, कोई नहीं मैंने देखा हाले तक इहो जिहा मर्द। ਕਦੇ ਕੋਈ ਅਜਿਹੀ ਘਟਨਾ ਵਾਪਰੀ ਹੋਵੇ ਜਿਹੜੀ ਤੁਹਾਡੇ ਨਾਲ ਧੱਕੇਸ਼ਾਹੀ ਹੋਈ ਹੋਵੇ ਜਾਂ ਤੁਹਾਨੂੰ ਲੱਗਦਾ ਹੈ ਵੀ ਕਿਸੇ ਨੇ ਤੁਹਾਨੂੰ ਟੌਰਚਰ ਕੀਤਾ ਹੈ ਮਾਨਸਿਕ ਤੌਰ ਤੇ? जी मैंने बहुत सारे इदां दे हालात दे विच मैं गुजरी हाँ कि मैं कई वेले पंगड़े दे काम ते जांदी मैंने मुंडे बदतमीजी कर देना जां कोई हालात विच वो टांग चढ़ान बहुत आंदे दिन, पर मैं वो प्रभु दी किरपा नाल मैं सही सलामत आ तुहाडे सामने आ जो भी ਕਿ ਤੁਹਾਡੀ ਜ਼ਿੰਦਗੀ ਖੂਬਸੂਰਤ ਹੋਵੇ। ਇਸ ਸਮਾਜ ਤੋਂ ਮੀਡੀਆ ਜ਼ਰੀਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਲੋਕ ਤੁਸੀਂ ਕਿਹੋ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹੋ? ਇਹ ਲੋਕਾਂ ਨੂੰ ਜਿਹੜੀ ਚੇਤਨਾ ਹੈ, ਲੋਕਾਂ ਦੀ ਜਿਹੜੀ ਜਾਗਰੂਕਤਾ ਹੈ ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ? जी जी मैं हाथ जोड़ के बेनती करदी हाँ। मैं प्रीत वर्मा चंडीगढ़ तो, मैं यही समाज तो ते पब्लिक नूं यही हाथ जोड़ के बेनती करदी हाँ कि कोई ट्रांसजेंडर है, कोई थर्ड जेंडर है, कोई फीमेल है, कोई गे है, कोई किन्नर है, किसी नूं गलत ना बोलो। हर कोई इंसान रब दा बनाया है, रब उन्हां नूं बनांदे आ,
ਫਿਰ ਆਉਂਦੇ ਆ। ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲ ਸਕਦੇ, ਉਹ ਸਭ ਰੱਬ ਦੇ ਬੰਦੇ ਨੇ। ਕੱਲ ਹੋ ਸਕਦਾ ਵਾ ਕਿ ਅੱਜ ਮੈਂ ਆ ਤਾਂ ਕੱਲ ਕਿਸੇ ਦੇ ਘਰ 'ਚ ਮੇਰੇ ਵਰਗਾ ਬੱਚਾ ਪੈਦਾ ਹੋ ਸਕਦਾ, ਇਸ ਲਈ ਕਿਸੇ ਨੂੰ ਬੁਰਾ ਨਾ ਕਹੋ। ਬਸ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਕਿਸੇ ਨੂੰ ਮਾੜਾ ਚੰਗਾ ਨਾ ਕਹੋ। 4 ਦਿਨ ਦੀ ਜ਼ਿੰਦਗੀ ਆ, ਪਿਆਰ ਨਾਲ ਜੀ ਲਓ, ਹੱਸ ਕੇ ਕੁਝ ਨਹੀਂ ਲੈ ਕੇ ਜਾਣਾ, ਸਭ ਕੁਝ ਇੱਥੇ ਰਹਿ ਜਾਣਾ। ਲੋਕ ਤੁਹਾਨੂੰ ਆਮ ਤੌਰ ਤੇ ਦੇਖੋ, ਨੇਚਰਲੀ ਗੱਲ ਹੈ, ਤੁਹਾਡੇ ਪ੍ਰਤੀ ਇੱਕ ਕੀ ਸੋਚਦੇ ਲੋਕ? ਕਦੇ ਤੁਹਾਨੂੰ ਇਸ ਤਰ੍ਹਾਂ ਦੀ ਦਿੱਕਤ ਆਈ ਹੈ ਵੀ ਲੋਕ ਤੁਹਾਨੂੰ ਸਿਰਫ ਇੱਕ ਸੈਕਸ ਵਰਕਰ ਤੌਰ ਤੇ ਸਮਝਦੇ ਹੋਣ? ਜੀ ਕਾਫੀ ਲੋਕ ਮੈਨੂੰ ਸੈਕਸ ਵਰਕਰ ਤਾਂ ਹਾਲਾ ਮੈਨੂੰ ਕੁਝ ਦੇਰ ਪਹਿਲਾਂ ਕਾਂਡ ਹੋਇਆ, ਬਹੁਤ ਸਾਰੇ ਲੋਕ ਮੈਨੂੰ ਸੈਕਸ ਵਰਕਰ ਸਮਝਦੇ, ਪਰ ਆਪਾਂ ਇਸ ਨੂੰ ਮਿਟਾ ਵੀ ਨਹੀਂ ਸਕਦੇ, ਕਹਿ ਵੀ ਨਹੀਂ ਸਕਦੇ ਆਪਾਂ ਕਿਸੇ ਨੂੰ, ਕਿਉਂਕਿ ਮੈਂ ਬਿਲਕੁਲ ਇਕੱਲੀ ਆ। ਬਚਪਨ ਦੇ ਵਿੱਚ ਮਾਂ-ਬਾਪ ਛੱਡ ਦਿੰਦੇ ਆ, ਵੱਡੀ ਹੁੰਦੀ ਗਈ ਸਮਾਜ ਨੇ ਮੈਨੂੰ ਨੋਚ ਖਾ ਲਿਆ। ਹੁਣ ਆਮ ਤੌਰ ਤੇ ਅਸੀਂ ਦੇਖਦੇ ਹਾਂ ਔਰਤ ਨੂੰ ਵੀ, ਲੇਡੀਜ਼ ਨੂੰ ਵੀ ਸੋਸ਼ਲ ਮੀਡੀਆ ਦੇ ਮੈਸੇਜ ਤੱਕ ਆ ਜਾਂਦੇ ਨੇ। ਜੀ ਤੁਹਾਨੂੰ ਇਹ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜੀ, ਬਹੁਤ ਸਾਹਮਣਾ ਕਰਨਾ ਪੈਂਦਾ ਇਸ ਚੀਜ਼ ਦਾ, ਬਹੁਤ ਜ਼ਿਆਦਾ ਕਰਨਾ ਪੈਂਦਾ। ਲੋਕ ਤੁਹਾਨੂੰ ਇਸ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦੇ ਹੋਣ? ਇਸ ਲੋਕ ਸਾਨੂੰ ਬਹੁਤ ਜ਼ਿਆਦਾ ਇਸ ਚੀਜ਼ ਨੂੰ ਵਰਤਣ ਦੀ ਕੋਸ਼ਿਸ਼ ਕਰਦੇ, ਪਰ ਇਹ ਹੈ ਕਿ ਚਲੋ ਮੇਰਾ ਇੱਕ ਰੁਜ਼ਗਾਰ ਹੈ, ਜਿਹੜਾ ਮੈਂ ਭੰਗੜੇ ਦਾ ਕੰਮ ਕਰਦੀ, ਉੱਥੋਂ ਮੇਰਾ ਗੁਜ਼ਾਰਾ ਹੋ ਜਾਂਦਾ। ਮੇਰਾ ਖਾਣਾ ਪਾਣੀ ਜੋ ਵੀ ਹੈ, ਕੱਪੜਾ ਲੀੜਾ, ਤਾਂ ਮੈਂ ਉੱਥੋਂ ਗੁਜ਼ਾਰਾ ਕਰਦੀ ਹਾਂ। ਮੈਨੂੰ ਪਰਮਾਤਮਾ ਕਰਕੇ ਉਸ ਲਾਈਨ 'ਚ ਨਾ ਭੇਜੇ, ਨਾ ਜਾਣਾ ਪਵੇ। ਬਾਕੀ ਜੋ ਟਰਾਂਸਜੈਂਡਰ ਇਹ ਕੰਮ ਕਰ ਰਹੇ ਆ, ਸੈਕਸ ਵਰਕਰ ਤੇ ਕੰਮ ਕਰ ਰਹੇ, ਦੇਖੋ ਉਹਨਾਂ ਨੂੰ ਆਪਾਂ ਮਾੜਾ ਚੰਗਾ ਨਹੀਂ ਬੋਲ ਸਕਦੇ ਆ। ਉਹਨਾਂ ਦੀ ਕੋਈ ਪਰਸਨਲ ਮਜਬੂਰੀ ਹੋ ਸਕਦੀ ਆ, ਕੋਈ ਇਨਕਮ ਸੋਰਸ ਦੀ ਕਮੀ ਹੋ ਸਕਦੀ ਆ, ਇਸ ਵਜ੍ਹਾ ਨਾਲ ਉਹ ਆਪਣੀ ਮਜਬੂਰੀ 'ਚ ਕਰਦੇ ਆ। ਸਮੇਂ ਦੀ ਸਰਕਾਰ ਨੂੰ ਕੀ ਕਹੋਗੇ? ਸਮੇਂ ਦੇ ਸਰਕਾਰ ਨੂੰ ਜੀ ਤਾਂ ਇਹੀ ਕਹੂੰਗੀ, ਕੁਝ ਸੋਚੋ ਸਾਡਾ। ਕਹਿਣ ਨੂੰ ਤਾਂ ਬਹੁਤ ਕੁਝ ਤੁਸੀਂ ਸਹੂਲਤਾਂ ਕੀਤੀਆਂ ਹੋਈਆਂ, ਪਰ ਕਹਿਣ ਵਾਲੀਆਂ ਗੱਲਾਂ ਆ ਸਭ। ਹਾਲੇ ਤੱਕ ਵੀ ਸਾਡੇ ਟਰਾਂਸਜੈਂਡਰ ਕੁਝ ਕਿੱਥੇ ਧੱਕੇ ਖਾ ਰਹੇ, ਕੋਈ ਰੈੱਡ ਲਾਈਟ ਮੰਗ ਰਹੇ ਆ, ਕੋਈ ਕੁਝ ਕਰ ਰਹੇ ਆ, ਕੋਈ ਕੁਝ ਕਰ ਰਹੇ ਆ, ਬਟ ਸਰਕਾਰ ਕਹੋ ਨਾ, ਕਰਕੇ ਦਿਖਾਓ ਉਸ ਚੀਜ਼ ਨੂੰ। ਬਸ ਮੈਂ ਸਰਕਾਰ ਨੂੰ ਇਹੀ ਗੱਲ ਕਹਿ ਸਕਦੀ ਹਾਂ। ਹਾਂਜੀ ਦੋਸਤੋ, ਸਰਲੇਖ ਚੈਨਲ ਦੇਖ ਰਹੇ ਦਰਸ਼ਕਾਂ ਦਾ ਅਸੀਂ ਦਿਲੋਂ ਸ਼ੁਕਰੀਆ ਕਰਦੇ ਹਾਂ, ਤੁਸੀਂ ਬਹੁਤ ਮੁਹੱਬਤ ਦੇ ਰਹੇ ਹੋ ਚੈਨਲ ਨੂੰ। ਇਸ ਇੰਟਰਵਿਊ ਜ਼ਰੀਏ ਅਸੀਂ ਵੀ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਇੱਕ ਟਰਾਂਸਜੈਂਡਰਾਂ ਦਾ ਵੀ ਦਿਲ ਹੁੰਦਾ ਹੈ, ਇਹ ਵੀ ਇੱਕ ਇਨਸਾਨ ਨੇ। ਇਹਨਾਂ ਨੂੰ ਅਸੀਂ ਬਣਦਾ ਮਾਣ ਸਤਿਕਾਰ ਸਾਨੂੰ ਸੋਚਣਾ ਪਏਗਾ, ਸਾਨੂੰ ਸਮਝਣਾ ਪਏਗਾ, ਸਾਡੀ ਸੋਚ, ਸਾਡੇ ਨਜ਼ਰੀਏ ਨੂੰ ਸਾਨੂੰ ਚੇਂਜ ਕਰਨਾ ਪਏਗਾ। ਇਸ ਇੰਟਰਵਿਊ ਦਾ ਸਾਡਾ ਇਹੀ ਮਕਸਦ ਹੈ ਕਿ ਜਿਵੇਂ ਅਸੀਂ ਸੋਚਦੇ ਹਾਂ ਇਹ ਦੁਨੀਆ ਉਵੇਂ ਦੀ ਨਹੀਂ ਹੈਗੀ। ਇਹ ਵੀ ਚਾਹੁੰਦੇ ਨੇ ਕਿ ਸਾਡੀ ਜਿਹੜੀ ਜ਼ਿੰਦਗੀ ਹੈ ਮਰਦ ਵਾਂਗ, ਇੱਕ ਔਰਤ ਵਾਂਗ ਖੂਬਸੂਰਤ ਹੋਵੇ, ਸਮਾਜ ਦੇ ਵਿੱਚ ਸਾਨੂੰ ਵੀ ਮਾਣ ਸਨਮਾਨ ਮਿਲੇ, ਅਸੀਂ ਵੀ ਇੱਕ ਜ਼ਿੰਦਗੀ ਖੂਬਸੂਰਤ ਜਾਈਏ। ਇਹ ਵੀ ਪੜ੍ਹਨਾ ਲਿਖਣਾ ਚਾਹੁੰਦੇ ਨੇ, ਪਰ ਅਸੀਂ ਇਹਨਾਂ ਨੂੰ ਅਜੇ ਵੀ ਬਹੁਤ ਦੂਰ ਹਾਸ਼ੀਏ ਧੱਕਿਆ ਹੋਇਆ। ਇਹ ਵੀ ਉਹ ਜ਼ਿੰਦਗੀ 'ਚ ਵਾਪਸ ਪਰਤਣਾ ਚਾਹੁੰਦੇ ਨੇ। ਤੁਹਾਡੇ ਇਸ ਸਹਿਯੋਗ ਦੀ ਉਮੀਦ ਕਰਦਾ ਹੋਇਆ ਸੁੱਖੀ ਮੰਘਾਣੀਆਂ, ਸਤਿ ਸ਼੍ਰੀ ਅਕਾਲ।